Hello students, in this lecture we discuss defects of Indian taxation system. First point is unscientific. ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਸੀ ਇੱਕ ਅਨਸਾਇੰਟੀਫਿਕ ਸੀਗਾ, ਨਾ ਹੀ ਉਹ ਕਿਸੇ ਸਾਇੰਟੀਫਿਕ ਮੈਥਡ ਦੇ ਉੱਪਰ ਬੇਸ ਸੀ ਅਤੇ ਨਾ ਹੀ ਕਿਸੇ ਪ੍ਰੀ ਡਿਟਰਮਿਨਡ ਪਲਾਨ ਦੇ ਉੱਪਰ। ਇੰਡੀਆ ਦੇ ਵਿੱਚ ਜਦੋਂ ਟੈਕਸ ਡਿਟਰਮਿਨ ਕੀਤਾ ਜਾਂਦਾ ਤਾਂ ਉਸ ਟੈਕਸ ਦਾ ਪ੍ਰੋਡਕਸ਼ਨ 'ਤੇ ਇਨਵੈਸਟਮੈਂਟ 'ਤੇ ਡਿਸਟਰੀਬਿਊਸ਼ਨ 'ਤੇ ਕੀ ਇਫੈਕਟ ਪਏਗਾ ਕੰਟਰੀ ਦੇ ਵਿੱਚ, ਉਸਨੂੰ ਇੰਨਾ ਜ਼ਿਆਦਾ ਡਿਟਰਮਿਨ ਨਹੀਂ ਕੀਤਾ ਜਾਂਦਾ ਉਸ ਚੀਜ਼ ਨੂੰ। ਇੰਡੀਆ ਦਾ ਟੈਕਸੇਸ਼ਨ ਸਿਸਟਮ ਇੱਕ ਇੰਟੀਗ੍ਰੇਟਡ ਸਿਸਟਮ ਨਹੀਂ ਆ, ਬਟ ਇਹ ਸਿਰਫ ਇੱਕ ਕੀ ਹੈ ਨੰਬਰ ਆਫ ਸਿਸਟਮ ਦਾ ਮਿਕਸਚਰ ਆ। ਨੈਕਸਟ ਇਜ਼ ਇਨਐਡਿਕੁਏਟ। Indian taxation system is not sufficient to meet the revenue requirement of the government. ਗਵਰਨਮੈਂਟ ਨੂੰ ਜਿੰਨੀ ਰੈਵਨਿਊ ਦੀ ਰਿਕੁਆਇਰਮੈਂਟ ਹੁੰਦੀ ਆ, ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਉਹ ਪੂਰਾ ਸਫੀਸ਼ੀਐਂਟ ਨਹੀਂ ਹੈਗਾ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ। Keeping in view the requirement of country's development and social welfares like education, health, etc. Source of central and state governments are limited. ਕੰਟਰੀ ਦੇ ਡਿਵੈਲਪਮੈਂਟ ਲਈ ਸੋਸ਼ਲ ਵੈਲਫੇਅਰ ਲਾਈਕ ਐਜੂਕੇਸ਼ਨ ਹੈਲਥ ਦੇ ਡਿਵੈਲਪਮੈਂਟ ਦੇ ਲਈ ਜਿਹੜੇ ਰਿਕੁਆਇਰਮੈਂਟਸ ਹੈਗੀ ਨਾ ਸਾਰਿਆਂ ਦੀ, ਇਹਨਾਂ ਨੂੰ ਪੂਰਾ ਕਰਨ ਲਈ ਜਿਹੜੇ ਰਿਸੋਰਸ ਆ ਸੈਂਟਰਲ ਅਤੇ ਸਟੇਟ ਗਵਰਨਮੈਂਟਸ ਦੇ ਉਹ ਬਹੁਤ ਹੀ ਲਿਮਿਟਡ ਆ। ਇੱਕ ਇੰਡੀਅਨ ਟੈਕਸੇਸ਼ਨ ਸਿਸਟਮ ਵਿੱਚ ਇੱਕ ਡਿਫੈਕਟਸ ਇਹ ਵੀ ਹੈ ਕਿ ਇੰਡੀਅਨ ਟੈਕਸੇਸ਼ਨ ਸਿਸਟਮ ਬਹੁਤ ਜ਼ਿਆਦਾ ਫਲੈਕਸੀਬਲ ਨਹੀਂ ਆ। ਐਨ ਐਪਰੋਪਰੀਏਟ ਟੈਕਸ ਸਟਰਕਚਰ ਮਸਟ ਬੀ ਫਲੈਕਸੀਬਲ, ਕਿ ਇੱਕ ਜਿਹੜਾ ਟੈਕਸ ਸਟਰਕਚਰ ਆ ਵਧੀਆ ਵਾਲਾ ਉਹ ਕੀ ਫਲੈਕਸੀਬਲ ਹੋਣਾ ਚਾਹੀਦਾ ਹੈ ਕਿ ਅਗਰ ਨੈਸ਼ਨਲ ਇਨਕਮ ਇਨਕਰੀਜ਼ ਹੁੰਦੀ ਆ ਦੈਨ ਆਟੋਮੈਟਿਕਲੀ ਟੈਕਸ ਰੇਟ ਵੀ ਇਨਕਰੀਜ਼ ਹੋਣਾ ਚਾਹੀਦਾ, ਬਟ ਅਨਫੋਰਚੂਨੇਟਲੀ ਇਟ ਇਜ਼ ਨੋਟ ਸੋ ਵਿਦ ਇੰਡੀਅਨ ਟੈਕਸੇਸ਼ਨ ਸਿਸਟਮ। It is particularly true in case of tax imposed by state government. ਜਿਹੜੀ ਸਟੇਟ ਗਵਰਨਮੈਂਟ ਦੀ ਟੈਕਸ ਤੋਂ ਰੈਵਨਿਊ ਹੁੰਦੀ ਆ ਉਹ ਉਸ ਐਕਸਪੈਂਡੀਚਰ ਦੇ ਨਾਲੋਂ ਘੱਟ ਹੁੰਦੀ ਹੈ। ਸਟੇਟ ਗਵਰਨਮੈਂਟ 'ਚ ਐਕਸਪੈਂਡੀਚਰ ਤਾਂ ਇਨਕਰੀਜ਼ ਕਰਦੇ ਜਾ ਰਹੇ ਕੰਟੀਨਿਊਸਲੀ, ਪਰ ਟੈਕਸ ਤੋਂ ਜਿਹੜੀ ਰੈਵਨਿਊ ਹੋ ਰਹੀ ਆ ਉਹ ਇਨਕਰੀਜ਼ ਨਹੀਂ ਕਰ ਰਹੀ ਇੰਨੀ ਜ਼ਿਆਦਾ, ਜਿਸ ਕਾਰਨ ਜਿਹੜਾ ਸਟੇਟ ਆ ਆਪਣੇ ਐਕਸਪੈਂਡੀਚਰ ਦੇ ਲਈ ਸੈਂਟਰਲ ਗਵਰਨਮੈਂਟ ਦੇ ਉੱਪਰ ਡਿਪੈਂਡ ਕਰਦਾ ਹੈ। ਨੈਕਸਟ ਇਜ਼ ਲੈਕ ਆਫ ਇਕੁਇਟੀ। Lack of equity. The greatest defect of Indian taxation system is that it is regressive. ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਦਾ ਬਹੁਤ ਵੱਡਾ ਡਿਫੈਕਟ ਉਸ ਵਿੱਚ ਹੋ ਗਿਆ ਕਿ ਰਿਗਰੈਸਿਵ ਆ। ਰਿਗਰੈਸਿਵ ਮੀਨਸ ਕੀ ਆ ਕਿ ਜਿਨ੍ਹਾਂ ਦੀ ਇਨਕਮ ਜ਼ਿਆਦਾ ਉਹਨਾਂ ਦੇ ਉੱਪਰ ਟੈਕਸ ਦਾ ਬਰਡਨ ਘੱਟ ਆ ਅਤੇ ਜਿਨ੍ਹਾਂ ਦੀ ਇਨਕਮ ਘੱਟ ਆ ਉਹਨਾਂ ਦੇ ਉੱਪਰ ਟੈਕਸ ਬਰਡਨ ਜ਼ਿਆਦਾ। ਇਟ ਮੀਨਸ the burden of tax falls more heavily on poor and middle class than on the rich. ਰਿਗਰੈਸਿਵ ਦਾ ਮਤਲਬ ਆ ਕਿ ਜਿਹੜਾ ਟੈਕਸ ਦਾ ਬਰਡਨ ਆ ਉਹ ਜ਼ਿਆਦਾ ਪੂਅਰ ਅਤੇ ਮਿਡਲ ਕਲਾਸ ਲੋਕਾਂ ਦੇ ਉੱਪਰ ਪੈਂਦਾ ਐਜ਼ ਕੰਪੇਅਰ ਟੂ ਰਿਚ ਕਲਾਸ ਦੇ ਨਾਲ। ਫॉर ਇੰਟੈਂਸ ਬਰਡਨ ਆਫ ਇਨਡਾਇਰੈਕਟ ਟੈਕਸਿਸ ਲਾਈਕ GST, ਕਸਟਮ ਡਿਊਟੀ, ਐਕਸਾਈਜ਼ ਡਿਊਟੀ ਐਂਡ ਵੈਲਿਊ ਐਡਡ ਟੈਕਸ ਐਕਸੈਟਰਾ। ਇਹਨਾਂ ਦਾ ਜਿਹੜਾ ਜ਼ਿਆਦਾ ਬਰਡਨ ਆ ਪੂਅਰ ਕਲਾਸ ਦੇ ਉੱਪਰ ਜ਼ਿਆਦਾ ਪੈਂਦਾ ਆ, ਬਟ ਰਿਚ ਕਲਾਸ ਦੇ ਉੱਪਰ ਇਸ ਟੈਕਸਿਸ ਦਾ ਬਰਡਨ ਘੱਟ ਪੈਂਦਾ। ਹੈਂਸ ਇੰਡੀਅਨ ਟੈਕਸੇਸ਼ਨ ਸਿਸਟਮ ਇਜ਼ ਨੋਟ ਬੇਸਡ ਔਨ ਦਾ ਪ੍ਰਿੰਸੀਪਲ of equity. Lack of equity in Indian taxation system is evident from the following facts. Ratio of direct and indirect taxes was, direct tax the ratio C 51.5 and indirect is 48.5% in 2016 and 17 in India. Still, share of direct taxes is less in comparison to developed nations. ਕਿ ਡਿਵੈਲਪਡ ਨੇਸ਼ਨ ਦੇ ਵਿੱਚ ਡਾਇਰੈਕਟ ਟੈਕਸ ਦਾ ਜਿੰਨਾ ਸ਼ੇਅਰ ਆ ਇੰਡੀਆ ਤੋਂ ਬਹੁਤ ਜ਼ਿਆਦਾ ਆ। ਇੰਡੀਆ ਸਟਿਲ ਹਜੇ ਵੀ ਡਾਇਰੈਕਟ ਟੈਕਸ ਦੇ ਸ਼ੇਅਰ ਵਿੱਚ ਪਿੱਛੇ ਆ। ਡਿਵੈਲਪਡ ਨੇਸ਼ਨਸ ਦੇ ਵਿੱਚ ਜਿਹੜਾ ਡਾਇਰੈਕਟ ਟੈਕਸਿਸ ਦਾ ਸ਼ੇਅਰ ਆ ਟੈਕਸ ਰੈਵਨਿਊ ਦੇ ਵਿੱਚ ਉਹ ਅਬਾਊਟ 70% ਆ, ਜਦ ਕਿ ਇੰਡੀਆ ਦੇ ਵਿੱਚ ਸਿਰਫ ਕਿੰਨਾ 51.5% ਆ। ਜਦ ਕਿ ਜਿਹੜੇ ਡਾਇਰੈਕਟ ਟੈਕਸਿਸ ਆ ਉਹ ਪ੍ਰੋਗਰੈਸਿਵ ਹੁੰਦੇ ਆ ਵਾਈਲ ਇਨਡਾਇਰੈਕਟ ਟੈਕਸਿਸ ਆ ਰਿਗਰੈਸਿਵ। ਡਾਇਰੈਕਟ ਟੈਕਸ ਦਾ ਜਿਹੜਾ ਬਰਡਨ ਆ ਉਹ ਰਿਚ ਕਲਾਸ ਦੇ ਉੱਪਰ ਜ਼ਿਆਦਾ ਪੈਂਦਾ ਆ। ਲਾਰਜ ਬਰਡਨ ਆਫ ਇਨਡਾਇਰੈਕਟ ਟੈਕਸ ਦਾ ਜ਼ਿਆਦਾ ਬਰਡਨ ਪੂਅਰ ਕਲਾਸ ਦੇ ਉੱਪਰ ਪੈਂਦਾ ਹੈ। ਦਸ the poor class has to bear greater burden of tax. ਟੈਕਸ ਔਨ ਐਗਰੀਕਲਚਰ ਇਨਕਮ ਇਜ਼ ਵੈਰੀ ਲਿਟਲ। ਐਗਰੀਕਲਚਰ ਇਨਕਮ ਦੇ ਉੱਪਰ ਜਿਹੜਾ ਟੈਕਸ ਆ ਉਹ ਬਹੁਤ ਘੱਟ ਆ, ਇਸ ਲਈ ਜਿਹੜੇ ਸਪੈਸ਼ਲੀ ਰਿਚ ਫਾਰਮਰਸ ਆ ਉਹ ਜਿਹੜੇ ਟੈਕਸ ਤੋਂ ਬਚ ਜਾਂਦੇ ਆ। ਜਿਹੜੇ ਰਿਚ ਫਾਰਮਰਸ ਉਹਨਾਂ 'ਤੇ ਬਰਡਨ ਘੱਟ ਪੈਂਦਾ ਹੈ, ਇਸ ਲਈ ਜਿਹੜਾ ਇੰਡੀਅਨ ਦਾ ਟੈਕਸੇਸ਼ਨ ਸਿਸਟਮ ਆ
ਉਹ ਇਕੁਇਟੀ ਤੇ ਬੇਸਡ ਨਹੀਂ ਆ। ਨੈਕਸਟ ਇਜ਼ ਲੈਕ ਆਫ ਯੂਨੀਫੋਰਮਿਟੀ ਇਨ ਟੈਕਸਿੰਗ ਗੁੱਡਸ। ਇੰਡੀਅਨ ਗਵਰਨਮੈਂਟ ਨੇ 1 ਜੁਲਾਈ 2070 ਦੇ ਵਿੱਚ ਇੱਕ ਨਵਾਂ ਟੈਕਸ ਇੰਟਰੋਡਿਊਸ ਕੀਤਾ ਸੀ, ਦੈਟ ਇਜ਼ GST। ਇੰਡੀਅਨ ਟੈਕਸੇਸ਼ਨ ਸਿਸਟਮ ਦੇ ਵਿੱਚ ਯੂਨੀਫੋਰਮਿਟੀ, ਦੈਟ ਮੀਨਸ ਇੱਕ ਰੂਪਤਾ ਲਿਆਉਣ ਦੇ ਲਈ ਗੁੱਡਸ ਐਂਡ ਸਰਵਿਸਿਜ਼ ਟੈਕਸ ਨੂੰ ਇੰਟਰੋਡਿਊਸ ਕੀਤਾ ਸੀ। ਬਟ ਫਿਰ ਵੀ ਸਟਿਲ ਪੈਟਰੋਲੀਅਮ ਪ੍ਰੋਡਕਟਸ ਲਾਈਕ ਪੈਟਰੋਲ, ਡੀਜ਼ਲ ਐਂਡ ਨੈਚੁਰਲ ਗੈਸ, ਕਿਊਡ ਆਇਲ, ਐਲਕੋਹਲਿਕ ਲਿਕਰ ਐਕਸੈਕਟਰਾ ਉਹਨੂੰ GST ਦੇ ਵਿੱਚ ਕਵਰ ਨਹੀਂ ਕੀਤਾ ਗਿਆ। ਨੈਕਸਟ ਇਜ਼ ਸੈਕਟਰਲ ਇਨਇਕੁਐਲਿਟੀ। ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜਾ ਟੈਕਸ ਦਾ ਬਰਡਨ ਉਹ ਬਹੁਤ ਹੀ ਲਾਈਟ ਆ, ਵੇਅਰ ਐਜ਼ ਇਟ ਇਜ਼ ਵੈਰੀ ਹੈਵੀ ਔਨ ਇੰਡਸਟਰੀਅਲ ਸੈਕਟਰ ਐਂਡ ਸਰਵਿਸ ਸੈਕਟਰ। ਸਰਵਿਸ ਸੈਕਟਰ ਅਤੇ ਇੰਡਸਟਰੀਅਲ ਟੈਕਸ ਸੈਕਟਰ ਦੇ ਵਿੱਚ ਟੈਕਸ ਬਰਡਨ ਬਹੁਤ ਜ਼ਿਆਦਾ ਹੈ। ਐਗਰੀਕਲਚਰ ਇਨਕਮ ਜਿਹੜੀ ਉਹ ਹਜੇ ਤੱਕ ਵੀ ਟੈਕਸ ਫਰੀ ਆ। ਸਟੇਟ ਗਵਰਨਮੈਂਟ ਇੰਪੋਜ਼ ਕਰ ਸਕਦੀ ਹੈ ਐਗਰੀਕਲਚਰ ਦੀ ਇਨਕਮ ਦੇ ਉੱਪਰ ਟੈਕਸ, ਬਟ ਸਟੇਟ ਗਵਰਨਮੈਂਟ ਹੈਵ ਸ਼ੋਨ ਨੋ ਇੰਟਰਸਟ ਇਨ ਇੰਟਰੋਡਿਊਸਿੰਗ ਦਿਸ ਟੈਕਸ। ਪ੍ਰੈਜੈਂਟਲੀ ਜਿਹੜਾ ਐਗਰੀਕਲਚਰ ਦਾ ਕੰਟਰੀਬਿਊਸ਼ਨ ਆ ਟੋਟਲ ਰੈਵਨਿਊ ਦੇ ਵਿੱਚ ਉਹ ਬਹੁਤ ਘੱਟ ਆ। ਸਟੇਟ ਅਤੇ ਸੈਂਟਰਲ ਦੀ ਟੋਟਲ ਰੈਵਨਿਊ ਵਿੱਚ ਜਿਹੜਾ ਐਗਰੀਕਲਚਰ ਦਾ ਕੰਟਰੀਬਿਊਸ਼ਨ ਆ ਬਹੁਤ ਘੱਟ ਆ। ਨੈਕਸਟ ਇਜ਼ ਕੰਪਲੀਕੇਟਡ। ਇੰਡੀਅਨ ਟੈਕਸੇਸ਼ਨ ਸਿਸਟਮ ਇਜ਼ ਨੋਟ ਬੇਸਡ ਔਨ ਦਾ ਪ੍ਰਿੰਸੀਪਲ ਆਫ ਸਿੰਪਲੀਸਿਟੀ। ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਆ ਕਿਸੇ ਪ੍ਰਿੰਸੀਪਲ ਆਫ ਸਿੰਪਲੀਸਿਟੀ 'ਤੇ ਬੇਸਡ ਨਹੀਂ ਆ। ਇੰਡੀਆ ਦਾ ਟੈਕਸੇਸ਼ਨ ਸਿਸਟਮ ਬਹੁਤ ਹੀ ਜ਼ਿਆਦਾ ਕੰਪਲੀਕੇਟਡ ਆ। ਨੈਕਸਟ ਇਜ਼ ਡਿਫੈਕਟਸ ਆਫ ਪਰਸਨਲ ਇਨਕਮ ਟੈਕਸ। Several factors have determined effect on the personal income tax। ਐਗਰੀਕਲਚਰ ਦੇ ਤੋਂ ਜਿਹੜੀ ਇਨਕਮ ਹੁੰਦੀ ਆ ਐਂਡ ਇਨਕਮ ਆਫ ਸਮ ਐਕਸਪੋਰਟ ਓਰੀਐਂਟਡ ਯੂਨਿਟਸ ਇਜ਼ ਐਗਜ਼ੈਂਪਟਡ ਫਰੋਮ ਇਨਕਮ ਟੈਕਸ। ਇਹਨਾਂ ਨੂੰ ਮਤਲਬ ਕਿ ਇਨਕਮ ਟੈਕਸ ਤੋਂ ਇਹਨਾਂ ਦੇ ਉੱਪਰ ਜਾ ਬਰਡਨ ਬਹੁਤ ਹੀ ਲੈਸ ਲਿਟਲ ਬਿਟ ਨਾ ਬਰਾਬਰ ਪੈ ਜਾਂਦਾ। ਇਸ ਲਈ ਜਿਹੜੇ ਕੁਛ ਕਲੈਵਰ ਪੀਪਲ ਹੁੰਦੇ ਉਹ ਕੀ ਕਰਦੇ ਆ, ਨੋਨ ਐਗਰੀਕਲਚਰ ਇਨਕਮ ਨੂੰ ਐਗਰੀਕਲਚਰ ਇਨਕਮ ਸ਼ੋ ਕਰਕੇ ਟੈਕਸ ਤੋਂ ਬਚਦੇ ਆ। ਸੇਮ ਇਸੀ ਤਰ੍ਹਾਂ ਸਮ ਪੀਪਲ ਹੁੰਦੇ ਉਹ ਕੀ ਕਰਦੇ, ਨੋਨ ਐਕਸਪੋਰਟ ਓਰੀਐਂਟਡ ਯੂਨਿਟਸ ਤੋਂ ਜਿਹੜੀ ਇਨਕਮ ਹੁੰਦੀ ਆ ਉਸਨੂੰ ਐਕਸਪੋਰਟ ਓਰੀਐਂਟਡ ਯੂਨਿਟਸ ਇਨਕਮ ਨੂੰ ਨੋਨ ਐਕਸਪੋਰਟ ਓਰੀਐਂਟਡ ਯੂਨਿਟਸ ਇਨਕਮ ਨੂੰ ਐਕਸਪੋਰਟ ਓਰੀਐਂਟਡ ਯੂਨਿਟਸ ਇਨਕਮ ਸ਼ੋ ਕਰਕੇ ਟੈਕਸ ਤੋਂ ਬਚ ਜਾਂਦੇ ਆ। ਨੈਕਸਟ ਇਜ਼ ਲੈਸ ਕਵਰੇਜ। ਇੰਡੀਆ ਦੇ ਵਿੱਚ ਬਹੁਤ ਹੀ ਸਮੋਲ ਨੰਬਰ ਆਫ ਪੀਪਲਸ ਆ ਜਿਨ੍ਹਾਂ ਦੇ ਉੱਪਰ ਟੈਕਸ ਦਾ ਬਰਡਨ ਪੈਂਦਾ ਆ। ਜਿਹੜੀ ਮੋਸਟ ਆਫ ਦੀ ਪੋਪੂਲੇਸ਼ਨ ਆ ਉਹ ਟੈਕਸ ਪੇਮੈਂਟ ਤੋਂ ਬਚ ਜਾਂਦੀ ਆ। 2017 ਅਤੇ 18 ਦੇ ਵਿੱਚ ਓਨਲੀ 6.84 ਕਰੋੜ ਇਨਕਮ ਜਿਹੜੀ ਟੈਕਸ ਰਿਟਰਨਸ ਫਿਲਡ ਕੀਤੀ ਗਈ ਸੀ ਇੰਡੀਆ ਦੇ ਵਿੱਚ 2017 ਅਤੇ 18 ਦੇ ਵਿੱਚ। ਦਿਸ ਨੰਬਰ ਕੈਨ ਬੀ ਇਨਕਰੀਜ਼ਡ ਫਰਦਰ। ਦਸ ਇੰਡੀਅਨ ਟੈਕਸੇਸ਼ਨ ਸਿਸਟਮ ਇਜ਼ ਨੋਟ ਬਰੋਡ ਬੇਸਡ। ਇੰਡੀਆ ਦਾ ਟੈਕਸੇਸ਼ਨ ਜਿਹੜਾ ਸਿਸਟਮ ਹੈ ਜ਼ਿਆਦਾ ਬਰੋਡ ਬੇਸਡ ਨਹੀਂ ਹੈਗਾ। ਨੈਕਸਟ ਇਜ਼ ਟੈਕਸ ਅਵੇਜ਼ਨ। Official responsible for the collection of taxes are not so efficient। ਜਿਹੜੇ ਪਰਸਨ ਆ, ਜਿਹੜੇ ਆਫਿਸਰਸ ਆ ਜਾਂ ਅਥੋਰਿਟੀਜ਼ ਆ ਜਿਹੜੇ ਟੈਕਸ ਨੂੰ ਕਲੈਕਟ ਕਰਦੇ ਆ, ਅਗਰ ਉਹ ਪੂਰੀ ਤਰ੍ਹਾਂ ਐਫੀਸ਼ੀਐਂਟਸ ਨਹੀਂ ਹੁੰਦੀਆਂ ਦੈਨ ਜਿਹੜਾ ਟੈਕਸ ਚੋਰੀ ਕਰਨਾ ਲੋਕਾਂ ਲਈ ਆਸਾਨ ਹੋ ਜਾਂਦਾ। ਲੋਕ ਉਸ ਵਿੱਚ ਚੀਜ਼ ਵਿੱਚ ਸਕਸੈਸਫੁਲ ਹੋ ਜਾਂਦੇ ਆ। ਲੋਕ ਕਿ ਜਾਂ ਤਾਂ ਟੈਕਸ ਪੇ ਹੀ ਨਹੀਂ ਕਰਦੇ ਜਾਂ ਤਾਂ ਫਿਰ ਟੈਕਸ ਕਿ ਜਿੰਨੀ ਅਮਾਊਂਟ ਉਹਨਾਂ ਨੂੰ ਟੈਕਸ ਪੇ ਕਰਨੀ ਚਾਹੀਦੀ ਉਸ ਤੋਂ ਬਹੁਤ ਹੀ ਘੱਟ ਟੈਕਸ ਪੇ ਕਰਦੇ ਆ। ਇਸ ਤਰ੍ਹਾਂ ਲੋਕ ਕੀ ਕਰਦੇ ਆ, ਫਾਲਸ ਅਕਾਊਂਟ ਜਿਹੜੇ ਹੋ ਗਏ ਆ ਬਣਾ ਕੇ ਟੈਕਸ ਅਥੋਰਿਟੀਜ਼ ਨੂੰ ਦਿਖਾ ਦਿੰਦੇ ਆ ਅਤੇ ਥਿੰਗਸ ਨੂੰ ਇਸ ਤਰ੍ਹਾਂ ਮੈਨੂਪਲੇਟ ਕਰ ਲੈਂਦੇ ਕਿ ਉਹਨਾਂ ਦੀ ਜਿਹੜੀ ਟੈਕਸ ਲਾਇਬਿਲਿਟੀਜ਼ ਆ ਉਹ ਬਹੁਤ ਹੱਦ ਤੱਕ ਮਿਨੀਮਮ ਹੋ ਜਾਂਦੀ ਆ, ਘੱਟ ਜਾਂਦੀ ਆ। 2016 ਅਤੇ 17 ਦੇ ਵਿੱਚ ਐਸਟੀਮੇਟਡ ਬਲੈਕ ਮਨੀ ਇਨ ਇੰਡੀਆ ਵਾਜ਼ ₹25 ਲੱਖ ਕਰੋੜ। ਦੈਟ ਮੀਨਸ ਕਿ ਇੰਡੀਆ ਦੇ ਵਿੱਚ 2006 ਅਤੇ 7 ਦੇ ਵਿੱਚ ਜਿਹੜੀ ਬਲੈਕ ਮਨੀ ਸੀ ਉਹ 25 ਲੱਖ ਕਰੋੜ ਤੱਕ ਸੀਗੇ। ਟੈਕਸ ਰਿਵੀਜ਼ਨ ਬਹੁਤ ਜ਼ਿਆਦਾ ਸੀ। ਨੈਕਸਟ ਇਜ਼ ਇਨਸਫੀਸ਼ੀਐਂਟ ਟੈਕਸ ਰੈਵਨਿਊ ਫॉर ਲੋਕਲ ਬੋਡੀਜ਼। Expenditure of local self governments like municipal committees, panchayat etc. has been mounting year by year। ਜਿਹੜੀਆਂ ਲੋਕਲ ਸੈਲਫ ਗਵਰਨਮੈਂਟ ਸੀ ਲਾਈਕ ਮਿਊਨਸੀਪਲ ਕਮੇਟੀਜ਼ ਹੋ ਗਈਆਂ, ਪੰਚਾਇਤਸ ਹੋ ਗਿਆ, ਉਹਨਾਂ ਦਾ ਜਿਹੜਾ ਐਕਸਪੈਂਡੀਚਰ ਸੀ ਈਅਰ ਬਾਏ ਈਅਰ ਜਿਹੜਾ ਸੀ ਇਨਕਰੀਜ਼ ਕਰਦਾ ਜਾ ਰਿਹਾ ਸੀ। ਬਟ ਉਹਨਾਂ ਦਾ ਜਿਹੜਾ ਸੋਰਸ ਆਫ ਇਨਕਮ ਸੀ ਲਾਈਕ ਲੋਕਲ ਟੈਕਸਿਸ ਤੋਂ ਜਿਹੜੀ ਇਨਕਮ ਹੁੰਦੀ ਸੀ ਉਹ ਕੀ ਸੀ, ਪੂਰੇ ਐਡੀਕੁਏਟ ਨਹੀਂ ਸੀਗੇ ਅਤੇ ਨਾ ਹੀ ਇਲਾਸਟਿਕ ਸੀਗੇ, ਜਿਸ ਕਾਰਨ ਉਹਨਾਂ ਦਾ ਐਕਸਪੈਂਡੀਚਰ ਜ਼ਿਆਦਾ ਸੀ ਬਟ ਸੋਰਸ ਆਫ ਇਨਕਮ ਘੱਟ ਹੋਣ ਕਾਰਨ ਉਹਨਾਂ ਦੀ ਰੈਵਨਿਊ ਘੱਟ ਸੀ।
Next is old criteria for defining luxuries. Government of India has been continuously increasing taxes on the plea of reducing the consumption of luxury goods and removing the inequality of income. ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ ਕਿ ਲਗਜ਼ਰੀ ਗੁੱਡਸ 'ਤੇ ਟੈਕਸ ਰੇਟ ਇਨਕਰੀਜ਼ ਕਰਦੀ ਜਾ ਰਹੀ ਆ ਤਾਂ ਕਿ ਲਗਜ਼ਰੀ ਗੁੱਡਸ ਦੇ ਕੰਜ਼ੰਪਸ਼ਨ ਨੂੰ ਘੱਟ ਕੀਤਾ ਜਾ ਸਕੇ ਅਤੇ ਇਨਇਕੁਐਲਿਟੀ ਆਫ ਇਨਕਮ ਨੂੰ ਉਹ ਵੀ ਘੱਟ ਕੀਤਾ ਜਾ ਸਕੇ। ਬਟ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਭੁੱਲ ਗਈ ਹੁਣ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹ ਇੰਪਰੂਵ ਹੋ ਗਿਆ ਕਿ ਪਹਿਲਾਂ ਜਿਹੜੀਆਂ ਲਗਜ਼ਰੀ ਗੁੱਡਸ ਸੀਗੀਆਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਉਹ ਹੁਣ ਕੀ ਆ ਲੋਕਾਂ ਲਈ ਨਸੈਸਿਟੀਜ਼ ਆਫ ਲਾਈਫ ਬਣ ਗਈਆਂ, ਉਹਨਾਂ ਲਈ ਜ਼ਰੂਰਤ ਵਾਲੀਆਂ ਸਮਾਨ ਬਣ ਗਏ ਉਹ ਵਾਲੀਆਂ ਗੁੱਡਸ ਜਿਹੜੀਆਂ ਪਹਿਲਾਂ ਲਗਜ਼ਰੀ ਗੁੱਡਸ ਹੁੰਦੀਆਂ ਸੀ। ਇਸ ਕਰਕੇ ਅੰਡਰ ਦੀਸ ਸਰਕਮਸਟਾਂਸਿਸ ਇਨਕਰੀਜ਼ ਟੈਕਸਸ ਔਨ ਦੀ ਸੋ ਕੋਲਡ ਲਗਜ਼ਰੀ ਗੁੱਡਸ ਐਡਵਰਸਲੀ ਹਿੱਟ ਦੀ ਮਿਡਲ ਐਂਡ ਪੂਅਰ ਕਲਾਸ। ਇਹਨਾਂ ਲਗਜ਼ਰੀ ਗੁੱਡਸ ਦੇ ਉੱਪਰ ਜਦੋਂ ਗਵਰਨਮੈਂਟ ਜ਼ਿਆਦਾ ਟੈਕਸ ਲਾਉਂਦੀ ਆ ਅਤੇ ਉਹਦੇ ਨਾਲ ਪੂਅਰ ਅਤੇ ਮਿਡਲ ਕਲਾਸ ਲੋਕਾਂ ਦੇ ਉੱਪਰ ਐਡਵਰਸ ਇਫੈਕਟ ਪੈਂਦਾ ਹੈ। ਇਸ ਨਾਲ ਜਿਹੜੀ ਇਕਨੋਮਿਕ ਇਨਇਕੁਐਲਿਟੀ ਆ ਜਾਂ ਇਨਕਮ ਇਨਇਕੁਐਲਿਟੀ ਆ ਉਹ ਘਟਣ ਦੀ ਬਜਾਏ ਹੋਰ ਇਨਕਰੀਜ਼ ਕਰ ਜਾਂਦੀ ਆ। ਨੈਕਸਟ ਇਜ਼ ਨੋਨ ਇਕਨੋਮਿਕਲ ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਆ ਇਕਨੋਮਿਕਲ ਨਹੀਂ ਹੈਗਾ ਕਿਉਂਕਿ ਕਿ ਜਿਹੜੇ ਟੈਕਸ ਲਾਈਕ ਗਿਫਟ ਟੈਕਸ, ਵੈਲਥ ਟੈਕਸ, ਸਟੇਟ ਡਿਊਟੀ ਆ ਇਹਨਾਂ ਨੂੰ ਕਲੈਕਟ ਕਰਨ ਦੇ ਉੱਪਰ ਬਹੁਤ ਜ਼ਿਆਦਾ ਰੈਵਨਿਊ ਐਕਸਪੈਂਡੀਚਰ ਹੋ ਜਾਂਦਾ। ਇਸ ਲਈ ਟੈਕਸ ਕਲੈਕਟ ਕਰਨ ਦੇ ਉੱਪਰ ਐਕਸਪੈਂਡੀਚਰ ਬਹੁਤ ਜ਼ਿਆਦਾ ਹੋਣ ਕਾਰਨ ਜਿਹੜੀ ਟੈਕਸ ਤੋਂ ਰੈਵਨਿਊ ਹੁੰਦੀ ਆ ਉਹ ਉਸਦਾ ਰੇਸ਼ੋ ਬਹੁਤ ਘੱਟ ਜਾਂਦਾ। ਇਸ ਲਈ ਇੰਡੀਅਨ ਟੈਕਸੇਸ਼ਨ ਸਿਸਟਮ ਕੀ ਹੈ ਇੱਕ ਨੋਨ ਇਕਨੋਮਿਕਲ ਆ। ਨੈਕਸਟ ਇਜ਼ ਹਿੰਡਰੈਂਸ ਇਨ ਇਕਨੋਮਿਕ ਡਿਵੈਲਪਮੈਂਟ। ਜਿਹੜਾ ਇੰਡੀਆ ਦਾ ਟੈਕਸੇਸ਼ਨ ਸਿਸਟਮ ਆ ਇੰਡੀਆ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਆ। ਟੈਕਸੇਸ਼ਨ ਇਨ ਇੰਡੀਆ ਹੈਜ਼ ਨੋਟ ਪ੍ਰੂਵਡ helpful in its economic development. Certain products and certain areas like IT sector, capital goods need ਟੈਕਸ ਐਗਜ਼ੰਪਸ਼ਨ ਮਤਲਬ ਕਿ ਉਹਨਾਂ ਨੂੰ ਟੈਕਸ ਰਿਲੈਕਸੇਸ਼ਨ ਚਾਹੀਦੀ ਆ ਫੋਰ ਇਕਨੋਮਿਕ ਡਿਵੈਲਪਮੈਂਟ ਦੇ ਲਈ IT ਸੈਕਟਰ ਅਤੇ ਕੈਪੀਟਲ ਗੁੱਡ ਸੈਕਟਰ ਨੂੰ। ਬਟ ਸੱਚ ਟੈਕਸ ਕੰਸੈਸ਼ਨਸ ਆਰ ਨੋਟ ਗਿਵਨ ਟੂ ਦੈਮ। ਬਟ ਇਹ ਟੈਕਸ ਕੰਸੈਸ਼ਨਸ ਇਹਨਾਂ ਸੈਕਟਰਸ ਨੂੰ ਪ੍ਰੋਵਾਈਡ ਨਹੀਂ ਕੀਤੇ ਜਾਂਦੇ ਜਿਸ ਕਾਰਨ ਜਿਹੜਾ ਇੱਕ ਇੰਡੀਅਨ ਟੈਕਸੇਸ਼ਨ ਸਿਸਟਮ ਆ ਇੰਡੀਆ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇੱਕ ਰੁਕਾਵਟ ਆ। ਨੈਕਸਟ ਇਜ਼ ਐਡਵਰਸ ਇਫੈਕਟ ਔਨ ਫੋਰਨ ਕੈਪੀਟਲ ਦੇ ਉੱਪਰ ਵੀ ਜਿਹੜੇ ਇੰਡੀਆ ਦੇ ਟੈਕਸੇਸ਼ਨ ਸਿਸਟਮ ਦਾ ਐਡਵਰਸ ਇਫੈਕਟ ਪੈਂਦਾ ਹੈ। ਇਨਵੈਸਟਮੈਂਟ ਆਫ ਫੋਰਨ ਕੈਪੀਟਲ ਇਨ ਇੰਡੀਆ ਹੈਜ਼ ਗੋਟ ਡਿਸਕਰੇਜ ਬਿਕੋਜ਼ ਆਫ ਹਾਈ ਰੇਟ ਆਫ ਟੈਕਸੇਸ਼ਨ। ਇੰਡੀਆ ਵਿੱਚ ਟੈਕਸੇਸ਼ਨ ਰੇਟ ਜਿਹੜੀ ਕੀ ਆ ਹਾਈ ਰੇਟ ਆ ਜਿਸ ਕਾਰਨ ਜਿਹੜਾ ਫੋਰਨ ਕੈਪੀਟਲ ਦੇ ਉੱਪਰ ਵੀ ਉਸਦਾ ਐਡਵਰਸ ਇਫੈਕਟ ਪੈਂਦਾ ਹੈ ਕਿਉਂਕਿ ਜਿਸ ਨਾਲ ਹਾਈ ਟੈਕਸੇਸ਼ਨ ਰੇਟ ਦੇ ਕਾਰਨ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਜ਼ਿਆਦਾ ਘੱਟ ਜਾਂਦਾ ਹੈ। ਇਸ ਤਰ੍ਹਾਂ ਇਹ ਕਨਫਰਮ ਹੈ ਕਿ ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਆ ਉਹ ਕੈਨਨ ਆਫ ਐਡੀਕੁਏਸੀ, ਇਕੁਐਲਿਟੀ, ਸਰਟੇਨਿਟੀ, ਇਲਾਸਟਿਸਿਟੀ ਐਂਡ ਇਕੋਨਮੀ ਦੇ ਉੱਪਰ ਬੇਸਡ ਨਹੀਂ ਹੈਗਾ। ਇਸ ਲਈ ਗਵਰਨਮੈਂਟ ਨੂੰ ਆਪਣੇ ਇਕਨੋਮਿਕ ਡਿਵੈਲਪਮੈਂਟ ਦੇ ਲਈ ਆਪਣੇ ਟੈਕਸੇਸ਼ਨ ਸਿਸਟਮ ਨੂੰ ਇੰਪਰੂਵ ਕਰਨਾ ਚਾਹੀਦਾ। ਦੈਟ ਮੀਨਸ ਕਿ ਉਸਦਾ ਸਕੋਪ ਵਾਈਡਰ ਹੋਣਾ ਚਾਹੀਦਾ, ਜ਼ਿਆਦਾ ਡਾਇਰੈਕਟ ਟੈਕਸਸ ਅਪਲਾਈ ਕਰਨੇ ਚਾਹੀਦੇ ਆ, ਟੈਕਸ ਅਵੀਜ਼ਨ ਨੂੰ ਰੋਕਣਾ ਚਾਹੀਦਾ ਅਤੇ ਜਿਹੜਾ ਇੰਡੀਆ ਦਾ ਟੈਕਸੇਸ਼ਨ ਸਿਸਟਮ ਆ ਉਹ ਪ੍ਰੋਗਰੈਸਿਵ ਹੋਣਾ ਚਾਹੀਦਾ ਨਾ ਕਿ ਰਿਗਰੈਸਿਵ ਹੋਣਾ ਚਾਹੀਦਾ। ਅਤੇ ਐਂਡ ਐਗਰੀਕਲਚਰ ਸੈਕਟਰ ਦੇ ਉੱਪਰ ਵੀ ਥੋੜ੍ਹੀ ਬਹੁਤ ਉਹਨਾਂ ਨੂੰ ਟੈਕਸਸ ਅਪਲਾਈ ਕਰਨਾ ਚਾਹੀਦਾ ਤਾਂ ਕਿ ਜਿਹੜੇ ਰਿਚ ਫਾਰਮਰਸ ਆ ਉਹ ਟੈਕਸ ਪੇ ਕਰ ਸਕਣ। ਇਸ ਤੋਂ ਇਲਾਵਾ ਜਿਹੜਾ ਇੰਡੀਆ ਦਾ ਟੈਕਸੇਸ਼ਨ ਸਿਸਟਮ ਆ ਉਹ ਫਲੈਕਸੀਬਿਲਿਟੀ ਦੇ ਪ੍ਰਿੰਸੀਪਲ ਉੱਪਰ ਬੇਸਡ ਹੋਣਾ ਚਾਹੀਦਾ ਤਾਂ ਜੋ ਟਾਈਮ ਦੇ ਅਕੋਰਡਿੰਗ ਜਾਂ ਐਕਸਪੈਂਡੀਚਰ ਦੇ ਅਕੋਰਡਿੰਗ ਗਵਰਨਮੈਂਟ ਉਸ ਵਿੱਚ ਚੇਂਜਸ ਕਰ ਸਕੇ। ਐਂਡ ਗਵਰਨਮੈਂਟ ਨੂੰ ਟੈਕਸ ਇਸ ਤਰ੍ਹਾਂ ਅਪਲਾਈ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਇਨਇਕੁਐਲਿਟੀ ਆਫ ਇਨਕਮ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਸਪੈਸ਼ਲੀ ਪੂਅਰ ਐਂਡ ਮਿਡਲ ਕਲਾਸ ਆ ਉਹਨਾਂ ਨੂੰ ਇਨਕਰੀਜ਼ ਕੀਤਾ ਜਾ ਸਕੇ।